ਅੰਮ੍ਰਿਤ ਵੇਲੇ ਗੁਰਦੇਵ ਨੇ ਪਾਵਨ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਰਾਗ ਸੂਹੀ 'ਚ ਇਸ ਪਾਵਨ ਬਾਣੀ ਦਾ ਨਾਮ ਲਾਵਾ ਹੈ। ਗ੍ਰਸਥ ਮਾਰਗ 'ਚ ਪ੍ਰਵੇਸ਼ ਕਰਨ ਵੇਲੇ ਦੰਪਤੀ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਇਹ ਪਾਵਨ ਅੰਮ੍ਰਿਤ ਬਚਨ ਉਪਦੇਸ਼ ਵਜੋਂ ਸਰਵਣ ਕਰਵਾਏ ਜਾਂਦੇ ਹਨ। ਚੌਥੇ ਪਾਤਸ਼ਾਹ ਨੇ ਜੀਵਾਤਮਾ ਦਾ ਉਸ ਪਰਮਾਤਮਾ ਦੇ ਨਾਲ, ਜੀਵ ਰੂਪੀ ਇਸਤਰੀ ਦਾ ਉਸ ਪਤੀ ਪਰਮੇਸ਼ਵਰ ਨਾਲ ਕਿਵੇਂ ਮੇਲ ਹੋ ਸਕਦਾ ਹੈ, ਉਹ 4 ਲਾਵਾਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ। ਆਓ ਕੁਝ ਸਮੇਂ ਵਾਸਤੇ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਚੌਥੇ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੋੜੀਏ। ਅਕਸਰ ਕਈਆਂ ਦੀ ਬੇਨਤੀ ਹੁੰਦੀ ਹੈ, ਹੁਕਮ ਹੁੰਦਾ ਹੈ ਵੀ 4 ਲਾਵਾਂ ਦਾ ਜਿਹੜਾ ਉਪਦੇਸ਼ ਹੈ ਇਹ ਸਾਨੂੰ ਕਿਵੇਂ ਪ੍ਰਾਪਤ ਹੋਵੇ, ਕਿਵੇਂ ਅਸੀਂ ਸਰਵਣ ਕਰੀਏ। ਵਿਆਹ ਸ਼ਾਦੀਆਂ ਦੇ ਸਮੇਂ ਕਈ ਵਾਰੀ 4 ਲਾਵਾਂ ਪੜ੍ਹੀਆਂ ਸੁਣੀਆਂ, ਉਦੋਂ ਕਥਾ ਹੁੰਦੀ ਹੈ ਪਰ ਉਹ ਸਮਾਂ ਥੋੜਾ ਜਿਹਾ ਇਹੋ ਜਿਹਾ ਹੁੰਦਾ, ਉਸ ਵੇਲੇ ਸਭ ਨੂੰ ਭਗਦੜ ਪਈ ਹੁੰਦੀ ਹੈ। ਤਾਂ ਉਸ ਵਕਤ ਵਿਸਥਾਰ ਨਹੀਂ ਹੁੰਦਾ 4 ਲਾਵਾਂ ਦੇ ਸ਼ਬਦਾਂ ਦਾ। ਸੁਣੋ ਭਾਈ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੋ, ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਸੋਹੇ ਮਹੱਲਾ ਚੌਥਾ। ਹਰ ਪਹਿਲੜੇ ਲਾਭ ਪਰਵਿਰਤੇ ਕਰਮ ਦ੍ਰਿੜਾਇਆ ਬਲਰਾਮ ਜੀਓ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਸਤਿਗੁਰੂ ਉਪਦੇਸ਼ ਬਖਸ਼ਦੇ ਨੇ। ਹਰ ਪਹਿਲੜੀ ਲਾਭ, ਪਹਿਲੀ ਲਾਭ, ਲਾਭ ਦਾ ਮਤਲਬ ਹੁੰਦਾ ਫੇਰਾ, ਪਰਿਕਰਮਾ। ਪਾਤਸ਼ਾਹ ਦੀ ਪਰਿਕਰਮਾ ਕਰਦੇ ਹਾਂ ਜਾਂ ਹਿੰਦੂ ਰਹੁ ਰੀਤੀਆਂ ਦੇ ਮੁਤਾਬਕ ਜਿਨ੍ਹਾਂ ਦੇ ਵਿਆਹ ਹੁੰਦੇ ਹੈ ਉਹ ਅੱਗ ਦੇ ਆਲੇ ਦੁਆਲੇ ਫੇਰਾ ਲੈਂਦੇ। ਗੁਰਸਿੱਖਾਂ ਵਿੱਚ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨਗੇ। ਤੋ ਜੋ ਸਤਿਗੁਰਾਂ ਦੀ ਪਰਿਕਰਮਾ ਹੈ ਉਹਨੂੰ ਲਾਭ ਕਹਿੰਦੇ ਨੇ। ਲਾਭ, ਫੇਰਾ, ਪਰਿਕਰਮਾ। ਮਹਾਰਾਜ ਜੀ ਕਹਿੰਦੇ, ਹੇ ਜੀਵ ਰੂਪੀ ਇਸਤਰੀ, ਤੇਰੀ ਉਸ ਪਤੀ ਪਰਮੇਸ਼ਰ ਨਾਲ ਜਿਹੜੀ ਪਹਿਲੀ ਲਾਮ ਹੈ, ਪਹਿਲੀ ਲਾਮ ਦਾ ਮਤਲਬ ਪਹਿਲੀ ਪਰਿਕਰਮਾ ਹੈ ਉਸ ਵਾਹਿਗੁਰੂ ਨਾਲ ਮਿਲਣ ਦੀ, ਉਹ ਹੈ ਪ੍ਰਵਿਰਤੀ ਕਰਮ। ਪ੍ਰਵਿਰਤੀ ਕਰਮ ਦ੍ਰਿੜਾਇਆ। ਗੁਰੂ ਸਾਹਿਬ ਨੇ ਜਿਹੜੇ ਸ੍ਰੇਸ਼ਟ ਕਰਮ ਨੇ ਉਹ ਦ੍ਰਿੜ ਕਰਾਏ ਨੇ, ਮਾੜੇ ਕਰਮਾਂ ਦਾ ਸਾਨੂੰ ਪਰਤਿਆਗ ਕਰਾਇਆ। ਜਿਹੜੇ ਮਾੜੇ ਤੇ ਭੈੜੇ ਕਰਮ ਨੇ ਉਹਨਾਂ ਦੇ ਤਿਆਗੀ ਹੋ ਕੇ ਸ਼ੁਭ ਕਰਮਾਂ ਵਿੱਚ ਪ੍ਰਵਿਰਤ ਹੋਣਾ, ਦ੍ਰਿੜ ਹੋਣਾ, ਇਹ ਪਹਿਲੀ ਲਾਮ ਹੈ। ਸ਼ੁਭ ਕਰਮ ਕਰਨੇ। ਤਦੇ ਕਲਗੀਧਰ ਜੀ ਮੰਗਦੇ ਨੇ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ, ਦੇਹ ਸ਼ਿਵਾ ਬਰ ਮੋਹੇ, ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ। ਸ਼ੁਭ ਕਰਮ, ਸ਼ੁਭ ਕਰਮ ਕੀ ਨੇ? ਜੋ ਕਰਮ ਗੁਰੂ ਪਾਤਸ਼ਾਹ ਨੇ ਸਾਨੂੰ ਕਰਨ ਦੀ ਹਦਾਇਤ ਦਿੱਤੀ ਹੈ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਗੁਰਧਾਮਾਂ ਦੀ ਯਾਤਰਾ ਕਰਨੀ, ਭੁੱਖੇ ਨੂੰ ਭੋਜਨ ਛਕਾਉਣਾ, ਆਏ ਗਏ ਅਭਿਆਗਤ ਦੀ ਸੇਵਾ ਕਰਨੀ, ਇਹ ਗ੍ਰਸਤੀ ਦਾ ਧਰਮ ਹੈ ਨਾ। ਗ੍ਰਸਤੀ ਦੇ ਘਰ ਦੇ ਵਿੱਚ ਕੋਈ ਅਭਿਆਗਤ ਆਵੇ, ਉਹਦਾ ਭੋਜਨ ਛਕਾ ਕੇ ਉਹਦੀ ਸੇਵਾ ਕਰਨੀ, ਇਹ ਪ੍ਰਵਿਰਤੀ कर्म है, प्रवेश का।
ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਅਸੀਂ ਚੰਗੇ ਕਰਮ ਕਰਨ ਲੱਗੀਏ ਤੇ ਸਾਡੀ ਪ੍ਰਵੇਸ਼ਕਾ ਹੁੰਦੀ ਹੈ ਧਰਮ 'ਚ। ਇਹ ਸਾਡਾ ਪਹਿਲਾ ਪੜਾਅ ਹੈ ਜਿਸ ਨੂੰ ਅਸੀਂ ਤੈਅ ਕਰਨਾ ਹੈ। ਪ੍ਰਾਰੰਭ, ਇਹਨੂੰ ਆਰੰਭ ਕਾਜ ਰਚਾਇਆ ਮਹਾਰਾਜ ਜੀ ਨੇ ਅੱਗੇ ਕਿਹਾ। ਇਹ ਆਰੰਭਤਾ ਦਾ ਕੰਮ, ਸ਼ੁਰੂਆਤ ਇੱਥੋਂ ਹੋਣੀ। ਕਰਮ ਚੰਗੇ, ਸ਼ੁਭ ਕਰਮਾਂ 'ਚ ਪ੍ਰਵਿਰਤ ਹੋਣਾ। ਤੋ ਉਹ ਜਿਹੜੇ ਕਰਮ ਨੇ, ਪ੍ਰਵਿਰਤੀ ਕਰਮ ਜਿਨ੍ਹਾਂ ਵਿੱਚ ਪ੍ਰਵਿਰਤ ਹੋਣਾ, ਉਹ ਕਰਮ ਮਹਾਰਾਜ ਜੀ ਨੇ ਜਿਹੜੇ ਸਾਨੂੰ ਦ੍ਰਿੜ ਕਰਾਏ ਨੇ, ਇਹ ਪਹਿਲੜੀ ਲਾਮ ਹੈ। ਤੇ ਜਿਸ ਸਾਹਿਬ ਨੇ ਸਾਨੂੰ ਇਹ ਸ੍ਰੇਸ਼ਟ ਕਰਮਾਂ ਦੇ ਵਿੱਚ ਪ੍ਰਵਿਰਤ ਕੀਤਾ, ਸਾਨੂੰ ਇਹ ਚੰਗੇ ਕਰਮ ਦ੍ਰਿੜ ਕਰਾਏ ਨੇ, ਮੈਂ ਆਪਣੇ ਐਸੇ ਰਾਮ ਤੋਂ ਬਲਿਹਾਰ ਜਾਵਾਂ। ਬਲ ਰਾਮ ਜੀਓ, ਉਹਦੇ ਤੋਂ ਬਲਿਹਾਰ ਜਾਵਾਂ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲ ਰਾਮ ਜੀਓ। ਸਾਡੇ ਲਈ ਗੁਰੂ ਕੀ ਬਾਣੀ ਹੀ ਬ੍ਰਹਮਾ ਦਾ ਵੇਦ ਹੈ। ਸਾਨੂੰ ਵੱਖਰੇ ਵੇਦ ਬ੍ਰਹਮਾ ਦੇ ਪੜਨ ਸੁਣਨ ਦੀ ਭਾਵੇਂ ਲੋੜ ਨਹੀਂ। ਸਾਡੇ ਲਈ ਗੁਰੂ ਕੀ ਬਾਣੀ ਹੀ ਬ੍ਰਹਮਾ ਦਾ ਵੇਦ ਹੈ। ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ, ਸਾਡੇ ਲਈ ਤਾਂ ਸਾਰੇ ਸਤਿਗੁਰੂ ਜੀ ਗੁਰੂ ਹਨ, ਈਸ਼ਵਰ ਹਨ। ਗੁਰੂ ਹੀ ਸਾਡਾ ਬ੍ਰਹਮਾ ਹੈ, ਗੁਰੂ ਹੀ ਸਾਡਾ ਸ਼ਿਵ ਹੈ। ਸਾਨੂੰ ਵੱਖਰੇ ਦੀ ਜ਼ਰੂਰਤ ਨਹੀਂ। ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਹੀ ਸਾਡੇ ਲਈ ਬ੍ਰਹਮਾ ਦਾ ਵੇਦ ਹੈ। ਔਰ ਜੋ ਗੁਰੂ ਪਾਤਸ਼ਾਹ ਨੇ ਆਪਣੀ ਬਾਣੀ ਦੁਆਰਾ ਧਰਮ ਦ੍ਰਿੜ ਕਰਾਇਆ ਸਾਨੂੰ, ਉਹੀ ਸਾਡੇ ਲਈ ਧਰਮ ਹੈ। ਧਰਮ ਦ੍ਰਿੜੋ, ਧਰਮ ਨੂੰ ਦ੍ਰਿੜ ਕਰਨਾ। ਕੀ ਧਰਮ ਦ੍ਰਿੜ ਕਰਨਾ? ਨਾਮ ਜਪਣਾ, ਪਰਮੇਸ਼ਰ ਦਾ ਭਜਨ ਕਰਨਾ। ਇਹ ਧਰਮ ਸਤਿਗੁਰਾਂ ਨੇ ਸਾਨੂੰ ਦ੍ਰਿੜ ਕਰਾਇਆ। ਔਰ ਧਰਮ ਦ੍ਰਿੜ ਕਰਕੇ ਫਿਰ ਪਾਪ ਤਜਾਇਆ ਬਲ ਰਾਮ ਜੀਓ, ਸਾਡੇ ਕੋਲੋਂ ਪਾਪ ਛਡਾਏ ਨੇ। ਵੀ ਆਹ ਪਾਪ ਜਿਹੜੇ ਨੇ ਸਿੱਖਾ ਤੂੰ ਨਹੀਂ ਕਰਦੇ। ਸਾਨੂੰ ਕੁਰੈਤਾਂ ਦਸੀਆਂ ਨੇ, ਬੱਜਰ ਕੁਰੈਤਾਂ ਦਸੀਆਂ ਨੇ। ਬੱਜਰ ਕੁਰੈਤਾਂ ਇਹ ਸਭ ਪਾਪ ਨੇ। ਇਹਨਾਂ ਪਾਪਾਂ ਨੂੰ ਫਿਰ ਸਾਹਿਬ ਨੇ ਸਾਡੇ ਤੋਂ ਤਜਾਇਆ ਹੈ। ਗੁਰਬਾਣੀ ਵਿੱਚ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਕੁਝ ਦੱਸਿਆ। ਪਰ ਨਿੰਦਾ ਛੱਡਣੀ ਹੈ, ਪਰ ਧਨ, ਪਰ ਇਸਤਰੀ, ਪਰ ਇਹ ਜਿਤਨੀਆਂ ਵੀ ਭੈੜੀਆਂ ਬਾਦੀਆਂ ਨੇ, ਝੂਠ ਬੋਲਣਾ, ਨਿੰਦਾ ਕਰਨੀ, ਚੁਗਲੀ ਕਰਨੀ, ਮਾੜੇ ਭੈੜੇ ਕਰਮਾਂ 'ਚ ਪ੍ਰਵਿਰਤ ਹੋਣਾ, ਇਹ ਪਾਪ ਸਤਿਗੁਰਾਂ ਨੇ ਸਾਡੇ ਤੋਂ ਤਜਾਏ ਨੇ, ਦੂਰ ਕਰਾਏ ਨੇ। ਐਸੇ ਸਾਹਿਬ ਤੋਂ ਬਲਿਹਾਰ ਜਾਈਏ। ਧਰਮ ਦ੍ਰਿੜ ਹੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਸਾਹਿਬ ਜੀ ਨੇ ਜਿਹੜਾ ਸਾਨੂੰ ਧਰਮ ਦ੍ਰਿੜ ਕਰਾਇਆ, ਉਹ ਕਿਹੜਾ ਧਰਮ ਸੀ? ਨਾਮ ਜਪਣ ਦਾ। ਹਰ ਨਾਮ ਧਿਆਵੋ, ਇਹ ਧਰਮ ਸਤਿਗੁਰਾਂ ਨੇ ਸਾਨੂੰ ਦ੍ਰਿੜ ਕਰਾਇਆ। ਦੁਨੀਆ ਦੇ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਇਹੀ ਹੈ। ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ, ਇਹ ਧਰਮ ਸਤਿਗੁਰਾਂ ਨੇ ਸਾਨੂੰ ਦ੍ਰਿੜ ਕਰਾਇਆ। ਸਿਮਰਤੀਆਂ ਵੀ ਪਰਮੇਸ਼ਰ ਦਾ ਨਾਮ ਹੀ ਦ੍ਰਿੜ ਕਰਾਉਂਦੀਆਂ ਨੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜੀਆਂ ਸਿਮਰਤੀਆਂ ਨੇ, ਇਹ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸਾਨੂੰ ਦ੍ਰਿੜ ਕਰਾਉਂਦੀਆਂ ਹਨ। ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲ ਵਿਖ ਪਾਪ ਗਵਾਇਆ। ਸਤਿਗੁਰੂ ਗੁਰੂ ਪੂਰੇ ਦੀ ਆਰਾਧਨਾ ਕਰੋ। ਜੋ ਸਤਿਗੁਰੂ ਜੀ ਨੇ ਉਹ ਸਾਨੂੰ ਕਹਿੰਦੇ ਆ ਵੀ ਪੂਰੇ ਦੀ ਆਰਾਧੋ, ਪੂਰੇ ਨੂੰ ਆਰਾਧੋ। ਅਕਾਲ ਪੁਰਖ ਪੂਰਾ ਹੈ, ਉਸ ਦੀ ਆਰਾਧਨਾ ਕਰਕੇ ਕੀ ਹੋਵੇਗਾ? ਸਾਡੇ ਜਿਤਨੇ ਵੀ ਕਿਲ ਵਿਖ ਨੇ, ਪਾਪ ਨੇ, ਉਹ ਗਵਾਚ ਜਾਣਗੇ। ਯਾਨੀ ਕਿ ਸਾਰੇ ਪਾਪਾਂ ਦਾ ਨਾਸ਼ ਹੋ ਜਾਏਗਾ। ਸਹਿਜ ਆਨੰਦ ਹੋਆ ਵੜ ਭਾਗੇ, ਮਨ ਹਰ ਹਰ ਮੀਠਾ ਲਾਇਆ। ਜਦੋਂ ਮੇਰੇ ਮਨ ਨੂੰ ਮੇਰੇ ਸਾਹਿਬ ਨੇ ਹਰੀ ਦਾ ਨਾਮ ਮਿੱਠਾ ਲਾ ਦਿੱਤਾ ਨਾ, ਪਿਆਰਾ ਲਾ ਦਿੱਤਾ, ਮੇਰੇ ਮਨ ਨੂੰ ਵਾਹਿਗੁਰੂ 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 ਜਪਣਾ ਮਿੱਠਾ ਲੱਗਣ ਲੱਗ ਪਿਆ, ਤੇ ਫਿਰ ਮੇਰੇ ਹਿਰਦੇ 'ਚ ਸਹਿਜ ਦਾ ਆਨੰਦ ਉਤਪੰਨ ਹੋ ਆਇਆ। ਸਹਿਜ ਆਨੰਦ ਹੋਆ ਵੱਡ ਭਾਗੀ, ਵੱਡਿਆਂ ਭਾਗਾਂ ਵਾਲਿਆਂ ਦੇ ਹਿਰਦਿਆਂ ਵਿੱਚ ਫਿਰ ਸਹਿਜ ਦਾ ਜਿਹੜਾ ਪਰਮ ਆਨੰਦ ਹੈ ਉਹ ਉਤਪੰਨ ਹੋ ਆਇਆ। ਜਨ ਕਹੈ ਨਾਨਕ ਲਾਭ ਪਹਿਲੇ,
ਆਰੰਭ ਕਾਜ ਰਚਾਇਆ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਫਰਮਾਉਂਦੇ, ਪਹਿਲੀ ਲਾਮ ਹੈ ਸ਼ੁਭ ਕਰਮਾਂ 'ਚ ਪ੍ਰਵਿਰਤ ਹੋਣਾ, ਨਾਮ ਜਪਣਾ ਤੇ ਪਾਪਾਂ ਦਾ ਤਿਆਗ ਕਰਨਾ। ਇਹ ਪਹਿਲੀ ਲਾਮ ਹੈ। ਮੋਟਾ ਜਿਹਾ ਇਹਦਾ ਅਰਥ ਏਦਾਂ ਸਮਝ ਲਓ, ਸ਼ੁਭ ਕਰਮਾਂ 'ਚ ਪ੍ਰਵੇਸ਼ ਕਾ, ਹਰੀ ਦੇ ਨਾਮ ਦੀ ਆਰਾਧਨਾ ਔਰ ਪਾਪ ਕਰਮਾਂ ਦਾ ਤਿਆਗੀ। ਇਹ ਆਰੰਭਤਾ ਦਾ ਕਾਰਜ ਹੈ ਕਿ ਸਾਡੀ ਆਰੰਭਤਾ ਹੋ ਗਈ। ਮੰਨ ਲਓ ਜਿਹੜਾ ਕੰਮ ਅਸੀਂ ਕਰਨ ਆਏ ਆ, ਪਰਮੇਸ਼ਰ 'ਚ ਭੇਦ ਹੋਣਾ, ਇਹ ਸਾਡਾ ਕੰਮ ਹੈ। ਤੋ ਇਹ ਆਰੰਭ ਹੋ ਗਿਆ, ਇੱਥੋਂ ਸ਼ੁਰੂਆਤ ਹੋ ਗਈ। ਪਹਿਲੜੀ ਲਾਮ ਇਹ ਹੈ। ਹਾਂਜੀ। ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ। ਪਾਤਸ਼ਾਹ ਕਹਿੰਦੇ ਦੂਜੜੀ ਲਾਮ, ਦੂਸਰੀ ਪਰਿਕਰਮਾ ਇਹ ਹੈ ਕਿ ਸਤਿਗੁਰੂ ਜੀ ਨੇ ਸਾਡੇ ਤੇ ਤਰਸ ਕਰਕੇ ਉਸ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਸਾਨੂੰ ਮਿਲਾਇਆ। ਉਸ ਪੁਰਖ ਦੇ ਵਿੱਚ ਸਾਡੀ ਅਭੇਦਤਾ ਕੀਤੀ। ਸਤਿਗੁਰਾਂ ਨੇ ਸਾਡੇ ਤੇ ਤਰਸ ਕੀਤਾ, ਸਤ ਪੁਰਖਾਂ ਦਾ, ਮਹਾਂਪੁਰਖਾਂ ਦਾ ਸਾਨੂੰ ਮੇਲ ਪ੍ਰਾਪਤ ਹੋਇਆ। ਨਿਰਭਉ ਭੈ ਮਨ ਹੋਏ, ਹਉ ਮੈਂ ਲਗਵਾਇਆ, ਬਲਰਾਮ ਜੀਓ। ਦੂਸਰੀ ਲਾਮ ਦੇ ਵਿੱਚ, ਦੂਜੀ ਲਾਮ ਦੇ ਵਿੱਚ ਪਾਤਸ਼ਾਹ ਕਹਿੰਦੇ, ਸਿੱਖਾ ਤੇਰੇ ਹਿਰਦੇ 'ਚ ਗੁਰੂ ਦਾ ਭਉ ਹੋਵੇ, ਡਰ। ਜਿਹੜੀ ਇਸਤਰੀ ਦੇ ਹਿਰਦੇ 'ਚ ਆਪਣੇ ਪਤੀ ਦਾ ਭੈ ਨਹੀਂ, ਉਸ ਇਸਤਰੀ ਦੇ ਹਿਰਦੇ ਵਿੱਚ ਆਪਣੇ ਪਤੀ ਦਾ ਪ੍ਰੇਮ ਵੀ ਨਹੀਂ ਉਪਜਦਾ। ਇਹ ਉਹ ਭੈ ਨਹੀਂ ਜਿਹੜਾ ਜਰਵਾਣਿਆਂ ਦਾ ਭੈ ਹੁੰਦਾ ਹੈ, ਜ਼ਾਲਮਾਂ ਦਾ ਭੈ ਹੁੰਦਾ ਹੈ। ਇਹ ਨਿਰਮਲ ਭਉ ਹੁੰਦਾ ਹੈ। ਇੱਕ ਕਿਸੇ ਜ਼ਾਲਮ ਤੋਂ ਡਰਨਾ ਹੁੰਦਾ ਹੈ, ਇੱਕ ਕਿਸੇ ਦੇ ਅਦਬ ਦੇ ਵਿੱਚ ਉਹਦੇ ਤੋਂ ਡਰਨਾ ਹੁੰਦਾ ਹੈ। ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਜ਼ਾਲਮ ਤੋਂ ਅਸੀਂ ਡਰ ਰਹੇ ਹੋਵਾਂਗੇ, ਪਰ ਹਿਰਦੇ ਵਿੱਚ ਉਹਦੇ ਪ੍ਰਤੀ ਪੂਰਾ ਰੋਸ ਹੋਵੇਗਾ। ਡਰ ਰਹੇ ਹੋਵਾਂਗੇ, ਬੋਲ ਨਹੀਂ ਸਕਦੇ, ਅਸਮਰੱਥ ਹਾਂ, ਪਰ ਕਿਸੇ ਦੇ ਅਦਬ ਦੇ ਵਿੱਚ ਉਹਦੇ ਹਿਰਦੇ 'ਚ ਭੈ ਰੱਖਣਾ ਕਿ ਮੈਂ ਉਹ ਕਰਾਂ ਜੋ ਇਸ ਨੂੰ ਚੰਗਾ ਲੱਗੇ, ਉਹ ਨਿਰਮਲ ਭਉ ਹੈ। ਉਹ ਪ੍ਰੇਮ ਨੂੰ ਉਤਪੰਨ ਕਰਦਾ ਹੈ। ਇਸ ਕਰਕੇ ਗੁਰਦੇਵ ਕਹਿੰਦੇ, ਸਿੱਖਾ ਤੇਰੇ ਹਿਰਦੇ ਵਿੱਚ ਭਉ ਹੋਵੇ ਆਪਣੇ ਗੁਰੂ ਦਾ, ਨਿਰਮਲ ਭਉ। ਜਦੋਂ ਤੂੰ ਨਿਰਮਲ ਭਉ ਵਿੱਚ ਆਵੇਂਗਾ ਤੇ ਫਿਰ ਤੂੰ ਜਮਾਂ ਤੋਂ ਨਿਰਭਉ ਹੋ ਜਾਏਗਾ। ਨਿਰਭਉ ਭੈ ਮਨ ਹੋਏ। ਜਦੋਂ ਗੁਰੂ ਦੇ ਭੈ ਵਿੱਚ ਹੋਵੇਗਾ, ਤੇਰੇ ਮਨ 'ਚ ਗੁਰੂ ਦਾ ਡਰ ਹੋਵੇਗਾ, ਫਿਰ ਨਿਰਭਉ, ਤੂੰ ਡਰ ਤੋਂ ਰਹਿਤ ਹੋ ਜਾਏਗਾ। ਕਿਹੜੇ ਡਰ ਤੋਂ? ਜਮਾਂ ਦੇ ਡਰ ਤੋਂ, ਮੌਤ ਦੇ ਡਰ ਤੋਂ। ਹਉ ਮੈਲ ਗਵਾਇਆ, ਫਿਰ ਹਉਮੈ ਦੀ ਮੈਲ ਨੂੰ ਤੂੰ ਆਪਣੇ ਹਿਰਦੇ 'ਚੋਂ ਗਵਾ ਲਏਗਾ। ਗੁਰੂ ਨੇ ਸਾਡੇ ਤੇ ਤਰਸ ਕੀਤਾ, ਸਾਡੇ ਹਿਰਦੇ 'ਚੋਂ ਹਉਮੈ ਦੀ ਮੈਲ ਗਵਾ ਦਿੱਤੀ। ਬਲਰਾਮ ਜੀਓ, ਐਸੇ ਰਾਮ ਤੋਂ, ਐਸੇ ਸਾਹਿਬ ਤੋਂ ਬਲਿਹਾਰ ਜਾਈਏ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਆਪਣੇ ਸਾਹਿਬ ਦੇ ਨਿਰਮਲ ਭਉ ਨੂੰ ਜਦੋਂ ਅਸੀਂ ਪ੍ਰਾਪਤ ਕੀਤਾ, ਨਿਰਮਲ ਭਉ ਪਾ ਲਿਆ, ਫਿਰ ਅਸੀਂ ਹਰੀ ਦੇ ਗੁਣ ਗਾਏ। ਨਿਰਮਲ ਭਉ, ਗੁਰੂ ਸਾਹਿਬ ਦਾ ਜਿਹੜਾ ਭਉ ਹੈ ਨਾ, ਨਿਰਮਲ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਇਹ ਉਹ ਭੈ ਨਹੀਂ ਜਿਹੜਾ ਕਿਸੇ ਜ਼ਾਲਮ ਦਾ ਹੁੰਦਾ, ਇਹ ਉਹ ਭੈ ਜਿਹੜਾ ਆਪਣੇ ਤੋਂ ਵੱਡਿਆਂ ਦਾ ਹੁੰਦਾ ਹੈ। ਅਦਬ, ਸਤਿਕਾਰ। ਕਿਸੇ ਪੁੱਛਿਆ ਜੀ, ਹਿੰਦੂ ਵੀਰ ਆਪਣੇ ਧਰਮ ਸਥਾਨਾਂ 'ਚ ਜਾਂਦੇ ਆ, ਉਹ ਸਿਰ ਨਹੀਂ ਕੱਜਦੇ, ਗੁਰਦੁਆਰਿਆਂ ਵਿੱਚ ਤੁਸੀਂ ਸਿਰ ਕੱਜਣ ਦੀ ਮਰਿਆਦਾ ਰੱਖੀ ਹੈ, ਰੁਮਾਲੇ ਰੱਖੇ ਨੇ ਵੀ ਕੋਈ ਨੰਗੇ ਸਿਰ, ਉਹ ਸਿਰ ਕੱਜ ਕੇ ਜਾਂਦਾ, ਇਹਦਾ ਕੀ ਮਤਲਬ ਹੈ? ਸਿਰ ਕੱਜਣ ਦਾ ਮਤਲਬ ਆਪਣੇ ਜਿਸ ਸਾਹਿਬ ਦੇ ਦਰ ਤੇ ਜਾ ਰਹੇ ਉਹਦਾ ਭੈ, ਨਿਰਮਲ ਅਦਬ, ਉਹਦੇ ਅਦਬ ਵਜੋਂ ਕਿ ਤੁਸੀਂ ਸਾਡੇ ਸਿਰ ਤੇ ਹੋ ਮਹਾਰਾਜ, ਅਸੀਂ ਨੰਗੇ ਸਿਰ ਨਹੀਂ ਹਾਂ, ਤੁਸੀਂ ਸਾਡੇ ਸਿਰ ਤੇ ਹੋ। ਇਹ ਨਿਰਮਲ ਭਉ ਹੈ। ਜਿਹੜੇ ਗੁਰਮੁਖ ਸਾਹਿਬ ਦੇ ਨਿਰਮਲ ਭਉ 'ਚ ਰਹਿੰਦੇ ਆ, ਉਹ ਹਰੀ ਦੇ ਗੁਣ ਗਾਉਂਦੇ ਹਨ। ਤੇ ਹਰੀ ਦੇ ਗੁਣ ਗਾਉਣ ਵਾਲੇ ਹਰ ਵੇਖੈ ਰਾਮ ਹਦੂਰੇ, ਉਸ ਰਾਮ ਨੂੰ ਆਪਣੇ ਕੋਲ ਹਾਜ਼ਰਾਂ ਹਜ਼ੂਰ ਕਰਕੇ ਵੇਖਦੇ ਨੇ। ਉਹ ਕਹਿੰਦੇ ਸਾਡੇ ਸਨਮੁਖ ਹੈ ਵਾਹਿਗੁਰੂ, ਸਾਡੇ ਕੋਲ।
ਉਹ ਸਾਡੇ ਤੋਂ ਦੂਰ ਨਹੀਂ, ਉਹ ਸਾਡੇ ਕੋਲ ਹੈ। ਸ਼ਰਮਦ ਖੜਾ ਹੈ ਮਸਜਿਦ ਦੇ ਬਾਹਰ, ਔਰੰਗਾ ਜਾ ਰਿਹਾ ਜਾਮਾ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ, ਤੇ ਸ਼ਰਮਦ ਕਹਿੰਦਾ ਜਿਸ ਖੁਦਾ ਨੂੰ ਤੁਸੀਂ ਅੰਦਰ ਵੇਖਣ ਜਾ ਰਹੇ ਹੋ ਮੇਰੇ ਪੈਰਾਂ ਦੇ ਥੱਲੇ ਹੈ। ਫੜੋ ਇਹਨੂੰ। ਕਹਿੰਦੇ ਪੈਰਾਂ ਦੇ ਥੱਲੇ ਖੁਦਾ ਨੂੰ ਦੱਸਦਾ? ਸਮਝੀ ਨਹੀਂ ਬਾਤ ਕਿ ਜਿਹੜੇ ਪੈਰਾਂ ਤੋਂ ਥੱਲੇ ਭਾਵ ਨਿਮਰਤਾ ਸਹਿਤ ਝੁਕ ਜਾਂਦੇ ਨੇ, ਹਲੀਮੀ ਵਿੱਚ ਆ ਜਾਂਦੇ ਨੇ, ਖੁਦਾ ਨੂੰ ਉਹੀ ਵੇਖ ਸਕਦੇ ਨੇ, ਦੂਜੇ ਨਹੀਂ ਵੇਖ ਸਕਦੇ। ਗੱਲ ਤਾਂ ਬਸ ਇਤਨੀ ਸੀ, ਉਹਨਾਂ ਨੂੰ ਦਿਸਦਾ ਸੀ ਹਾਜ਼ਰਾ ਹਜ਼ੂਰ, ਪਰ ਉਹਨੂੰ ਸ਼ਹਾਦਤ ਦੇਣੀ ਪਈ ਇਹ ਗੱਲ ਕਹਿਣ ਵਾਸਤੇ। ਸੋ ਕਹਿਣ ਤੋਂ ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਸਾਹਿਬ ਦਾ ਨਿਰਮਲ ਭਾਉ ਹੈ, ਉਹ ਵਾਹਿਗੁਰੂ ਨੂੰ ਹਰ ਜਗ੍ਹਾ ਤੇ ਆਪਣੇ ਨਾਲ ਸਮਝਦੇ, ਹਾਜ਼ਰਾ ਹਜ਼ੂਰ। ਉਹ ਕੇਵਲ ਇਹ ਭੈ ਗੁਰੂ ਘਰ ਆ ਕੇ ਨਹੀਂ ਰੱਖਦੇ, ਧਰਮ ਸਥਾਨ ਤੇ ਹੀ ਨਹੀਂ ਕੇਵਲ ਭੈ ਰੱਖਦੇ, ਬਾਹਰ ਜਿੱਥੇ ਵੀ ਵਿਚਰਦੇ ਨੇ ਉਹਨਾਂ ਅੰਦਰ ਇਹ ਗੁਰੂ ਦਾ ਭੈ ਡਰ ਬਣਿਆ ਰਹਿੰਦਾ, ਇਹ ਜਾਣ ਕੇ ਕਿ ਉਹ ਸਾਡੇ ਨਾਲ ਹੈ, ਹਾਜ਼ਰਾ ਹਜ਼ੂਰ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰ। ਆਤਮਾ ਰੂਪ ਹੋ ਕੇ ਸਾਰਿਆਂ ਵਿੱਚ ਉਹਨੇ ਆਪਣਾ ਆਪ ਪਸਾਰਿਆ ਹੋਇਆ। ਉਸੇ ਦੀ ਆਤਮਾ, ਸਾਰੇ ਜਿੰਨੇ ਤੁਸੀਂ ਬੈਠੇ ਹੋ, ਆਪਾਂ ਜਿੰਨੇ ਬੈਠੇ, ਸਭ ਚ ਉਸੇ ਦੀ ਆਤਮਾ ਦਾ ਪਸਾਰ ਹੈ। ਉਸੇ ਨੇ ਹੀ, ਹਰੀ ਨੇ ਹੀ ਆਪਣੇ ਆਤਮ ਰਾਮ ਨੂੰ ਸਾਰਿਆਂ ਵਿੱਚ ਪਸਾਰਿਆ ਹੋਇਆ, ਉਹ ਸਾਰਿਆਂ ਵਿੱਚ ਭਰਿਆ ਹੋਇਆ ਹੈ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਅੰਦਰ ਤੇ ਬਾਹਰ ਸਾਰਿਆਂ ਵਿੱਚ ਹਰੀ ਪ੍ਰਭੂ ਇੱਕੋ ਹੀ ਹੈ, ਅੰਦਰ ਵੀ ਹੈ ਬਾਹਰ ਵੀ ਹੈ। ਜਿਹੜੇ ਹਰੀ ਦੇ ਜਨ ਨੇ ਉਹ ਸੰਗਤ ਵਿੱਚ ਮਿਲ ਕੇ ਇਕੱਠੇ ਹੋ ਕੇ ਉਸ ਦੇ ਮੰਗਲ ਗਾਉਂਦੇ ਨੇ। ਮਿਲ ਹਰ ਜਨ ਮੰਗਲ ਗਾਏ, ਹਰੀ ਦੇ ਜਨ ਮਿਲ ਕੇ ਇਕੱਠੇ ਹੋ ਕੇ ਉਹਦੇ ਮੰਗਲ ਗਾਉਂਦੇ ਹੈ ਕਿ ਉਹ ਸਾਰਿਆਂ ਵਿੱਚ ਵਿਆਪਕ ਹੈ। ਜਨ ਨਾਨਕ ਦੂਜੇ ਲਾਭ ਚਲਾਏ, ਅਨਹਦ ਸ਼ਬਦ ਵਜਾਏ। ਰਾਮਦਾਸ ਜੀ ਕਹਿੰਦੇ ਜਦੋਂ ਇਹ ਦੂਸਰੀ ਲਾਮ ਵਾਹਿਗੁਰੂ ਜੀ ਨੇ ਚਲਾਈ ਤਾਂ ਫਿਰ ਜਿਸ ਦੇ ਅੰਦਰ ਇਹ ਦੂਜੀ ਲਾਮ ਚੱਲ ਪਈ, ਉਹਦੇ ਅੰਦਰ ਅਨਹਦ ਨਾਦਾਂ ਦੇ ਨਾਦ ਵੱਜ ਟੁਰੇ। ਅਨਹਦ ਇੱਕ ਰਸ ਸ਼ਬਦ ਉਹਦੇ ਹਿਰਦੇ ਚ ਬਜਾਏ ਬਜਾ ਦਿੱਤੇ। ਅੱਠੇ ਪੈਰ ਨਿਰੰਤਰ ਉਹਦੀ ਸੁਰਤੀ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਇਹ ਅਨਹਦ ਨਾਦ ਗੂੰਜਦਾ ਹੈ। ਹਰ ਤੀਜੜੀ ਲਾਵ ਮਨ ਚਾਉ ਭਇਆ ਬੈਰਾਗਿਆ, ਬਲਰਾਮ ਜੀਓ। ਦੂਸਰੀ ਲਾਮ ਦੇ ਵਿੱਚ ਜੋ ਹੁਕਮ ਹੋਇਆ ਮਹਾਰਾਜ ਜੀ ਦਾ, ਉਹ ਹੈ ਨਿਰਮਲ ਭਉ ਦਾ। ਗੁਰੂ ਦੇ ਪੈ ਚ ਰਹਿ ਕੇ ਹਰੀ ਦੇ ਗੁਣ ਗਾਉਣੇ, ਉਹਦੇ ਅਦਬ ਚ ਰਹਿਣਾ। ਤੀਸਰੀ ਲਾਮ ਵਿੱਚ ਫਿਰ ਮਹਾਰਾਜ ਜੀ ਨੇ ਵੈਰਾਗ ਦੀ ਗੱਲ ਕੀਤੀ। ਤੀਸਰੀ ਲਾਮ ਇਹ ਹੈ ਕਿ ਮਨ ਚ ਵੈਰਾਗ ਹੋਵੇ। ਵੈਰਾਗ ਵਿੱਚ ਹੀ ਹਿਰਦੇ ਚ ਚਾਅ ਜਾਗਦਾ ਉਸ ਪ੍ਰਭੂ ਨੂੰ ਮਿਲਣ ਦਾ। ਇਸ ਕਰਕੇ ਪਾਤਸ਼ਾਹ ਨੇ ਕਹਿ ਦਿੱਤਾ ਕਿ ਤੀਸਰੀ ਲਾਮ ਦੇ ਵਿੱਚ ਹਿਰਦੇ ਵਿੱਚ ਜਿੱਥੇ ਵੈਰਾਗ ਹੈ, ਉੱਥੇ ਫਿਰ ਉਹਨਾਂ ਵੈਰਾਗੀਆਂ ਦੇ ਹਿਰਦੇ ਚ ਪ੍ਰਮਾਤਮਾ ਨੂੰ ਮਿਲਣ ਦਾ ਚਾਉ ਜਾਗਿਆ। ਮਨ ਵੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਉ। ਹਾਂਜੀ, ਸੰਤ ਜਨ ਹਰ ਮੇਲ, ਹਰ ਪਾਇਆ ਵਡ ਭਾਗਿਆ, ਬਲਰਾਮ ਜੀਓ। ਹਰੀ ਨੇ ਸੰਤ ਜਨਾਂ ਦੇ ਨਾਲ ਮੇਲ ਕਰਾਇਆ, ਵੈਰਾਗੀਆਂ ਦਾ, ਮਹਾਂਪੁਰਸ਼ਾਂ ਸਾਧੂਆਂ ਦਾ ਮੇਲ ਹੋਇਆ। ਉੱਥੇ ਆ ਕੇ ਉਹਨਾਂ ਵੱਡੇ ਭਾਗਾਂ ਵਾਲਿਆਂ ਨੂੰ ਹਰੀ ਦੇ ਸਰੂਪ ਦੀ ਪ੍ਰਾਪਤੀ ਹੋਈ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੇ ਹਰ ਬਾਣੀ। ਉਹਨਾਂ ਨੇ ਨਿਰਮਲ ਤੇ ਪਵਿੱਤਰ ਹਰੀ ਸਰੂਪ ਨੂੰ ਪਾ ਲਿਆ, ਹਰੀ ਦੇ ਗੁਣ ਗਾਏ ਔਰ ਆਪਣੇ ਮੁਖੋਂ ਵਾਹਿਗੁਰੂ ਪਰਮੇਸ਼ਰ ਦੀ ਅੰਮ੍ਰਿਤ ਬਾਣੀ ਨੂੰ ਬੋਲਿਆ। ਸੰਤ ਜਨ ਵਡ ਭਾਗੇ ਪਾਇਆ, ਹਰ ਕਥੀਐ ਅਕਥ ਕਹਾਣੀ। ਵੱਡਿਆਂ ਭਾਗਾਂ ਵਾਲਿਆਂ ਨੂੰ ਸੰਤ ਜਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਸੰਤ ਜਨਾਂ ਦੀ ਸੰਗਤ ਵਿੱਚ ਉਸ ਅਕਥ ਵਾਹਿਗੁਰੂ ਪਰਮੇਸ਼ਰ ਦੀਆਂ ਕਹਾਣੀਆਂ ਕਥੀਆਂ ਜਾਂਦੀਆਂ ਨੇ।
ਜਿੱਥੇ ਉਸ ਇਕੱਠ ਨੂੰ ਕਥਿਆ ਜਾਂਦਾ, ਇਹੋ ਜੀ ਜਿਹੜੀ ਸੰਗਤ ਹੈ ਉਹ ਭਾਈ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਹਿਰਦੈ ਹਰ 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 ਧੁਨ ਉਪਜੇ, ਹਰ ਜਪੀਐ ਮਸਤਕ ਭਾਗ ਜਿਉ। ਗੁਰਮੁਖਾਂ ਦੇ ਹਿਰਦਿਆਂ ਵਿੱਚ ਹਰ 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 ਦੀ ਧੁਨ ਉਪਜੀ ਹੈ, ਮਨ ਕਰਕੇ ਵੀ, ਬਚਨ ਕਰਕੇ ਵੀ, ਕਰਮ ਕਰਕੇ ਵੀ। ਉਹ ਹਰੀ ਦੇ ਜਾਪ ਨੂੰ ਜਪਦੇ ਨੇ। ਕੌਣ ਜਪਦੇ ਨੇ? ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਹਨ। ਹਰ ਜਪੀਆ ਮਸਤਕ ਭਾਗ ਜਿਉ, ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਨੇ, ਉਹੀ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਜਾਪ ਨੂੰ ਜਪਦੇ ਹਨ। ਜਨ ਨਾਨਕ ਬੋਲੇ ਤੀਜੇ ਲਾਵੈ, ਹਰ ਉਪਜੈ ਮਨ ਬੈਰਾਗ ਜਿਉ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਤੀਸਰੀ ਲਾਮ ਦਾ ਉਪਦੇਸ਼ ਇਹ ਹੈ ਵੀ ਹਿਰਦੇ ਵਿੱਚ ਵੈਰਾਗ ਉਪਜੇ ਤੇ ਪ੍ਰਮਾਤਮਾ ਨੂੰ ਮਿਲਣ ਦਾ ਚਾਅ ਉਪਜੇ। ਇਹ ਤੀਸਰੀ ਲਾਮ ਹੈ। ਵੈਰਾਗ ਹੋਵੇ ਔਰ ਪ੍ਰਭੂ ਨੂੰ ਮਿਲਣ ਦਾ ਚਾਅ ਹੋਵੇ। ਹਾਂਜੀ। ਹਰ ਚੌਥੜੇ ਲਾਵ, ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜਿਉ। ਜਦੋਂ ਵੈਰਾਗ ਦੇ ਵਿੱਚ ਆ ਕੇ ਹਰੀ ਨੂੰ ਮਿਲਣ ਦਾ ਚਾਅ ਜਾਗਿਆ, ਫਿਰ ਚੌਥੀ ਲਾਮ ਜਦੋਂ ਚੌਥੇ ਪੜਾਅ 'ਚ ਪਹੁੰਚਿਆ ਤੇ ਉੱਥੇ ਪਹੁੰਚ ਕੇ ਫਿਰ ਹਿਰਦੇ 'ਚ ਗਿਆਨ ਹੋ ਆਇਆ, ਸਹਿਜ ਪਿਆ। ਸਹਿਜ ਦਾ ਮਤਲਬ ਗਿਆਨ ਹੋ ਗਿਆ, ਪ੍ਰਮਾਤਮਾ ਦਾ ਸਰੂਪ ਸਾਖਸ਼ਾਤਕਾਰ ਹੋ ਗਿਆ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਜੀਵ ਇਸਤਰੀ ਉਸ ਪਰਮ ਸਤ ਪ੍ਰਮਾਤਮਾ ਵਿੱਚ ਜਾ ਕੇ ਅਭੇਦ ਹੋ ਗਈ। ਜਦੋਂ ਮਨ 'ਚ ਸਹਿਜ ਹੋਇਆ, ਗਿਆਨ ਹੋਇਆ, ਫਿਰ ਹਰੀ ਦੇ ਸਵਰੂਪ ਨੂੰ ਪਾ ਲਿਆ। ਗਿਆਨ ਕੀ ਹੋਇਆ? ਮੈਂ ਕੀ ਹਾਂ। ਅਗਿਆਨ ਤੇ ਅਵਿਦਿਆ ਕਰਕੇ ਜੋ ਸਾਨੂੰ ਸਾਡਾ ਸਰੂਪ ਭੁੱਲਿਆ ਹੋਇਆ, ਉਹਨੂੰ ਅਗਿਆਨ ਕਹਿੰਦੇ ਨੇ। ਆਪਣੇ ਉਸ ਸਰੂਪ ਨੂੰ ਜਾਣ ਲੈਣ ਦਾ ਨਾਮ ਹੈ ਗਿਆਨ। ਜਦੋਂ ਗਿਆਨ ਹੋਇਆ, ਫਿਰ ਹਰੀ ਪਾ ਲਿਆ। ਪਾਇਆ ਕਿੱਥੋਂ ਸੀ? ਕਿਤੇ ਬਾਹਰੋਂ ਲਿਆਂਦਾ ਸੀ? ਨਹੀਂ, ਅੰਦਰ ਹੀ ਸੀ। ਹਨੇਰੇ ਕਰਕੇ ਨਹੀਂ ਸੀ ਦਿਸਦਾ, ਚਾਨਣਾ ਹੋਇਆ ਤੇ ਦਿਸ ਪਿਆ, ਪ੍ਰਾਪਤ ਹੋ ਗਿਆ। ਘੜੀ ਹੱਥ ਤੇ ਹੀ ਬੰਨੀ ਸੀ, ਲੱਭ ਰਹੇ ਸੀ, ਪਰ ਕਿਸੇ ਨੇ ਕੋਲ ਆ ਕੇ ਦੱਸਿਆ ਕੀ ਲੱਭਦਾ ਹੈ? ਕਹਿੰਦਾ ਘੜੀ, ਉਹ ਤਾਂ ਹੱਥ ਤੇ ਬੱਧੀ ਹੈ ਤੂੰ। ਉਹ ਮਿਲ ਗਈ। ਕਿੱਥੋਂ ਮਿਲੀ ਸੀ? ਤਾਂ ਪਹਿਲਾਂ ਹੀ ਕੋਲ ਸੀ। ਜਦੋਂ ਗਿਆਨ ਹੋਇਆ ਤੇ ਫਿਰ ਹਰੀ ਦੇ ਸਵਰੂਪ ਨੂੰ ਪਾ ਲਿਆ, ਪ੍ਰਾਪਤ ਕਰ ਲਿਆ। ਹਾਂਜੀ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ, ਬਲਰਾਮ ਜਿਉ। ਬਲਰਾਮ ਜਿਉ, ਬਲਿਹਾਰ ਜਾਈਏ ਉਸ ਰਾਮ ਤੋਂ। ਗੁਰੂ ਨੇ ਜਦੋਂ ਆਪਣੇ ਮੁਖ ਦੁਆਰਾ ਸਾਨੂੰ ਆਪਣੇ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਦਾਤ ਦੇ ਕੇ ਸਾਡੇ ਮਨ ਤਨ ਨੂੰ ਪਿਆਰਾ ਲਾ ਦਿੱਤਾ। ਨਾਮ ਮਨ ਨੂੰ ਵੀ ਪਿਆਰਾ ਲੱਗਣ ਲੱਗਾ ਤੇ ਤਨ ਨੂੰ ਵੀ। ਤੇ ਕਹਿੰਦੇ ਫਿਰ ਸੁਭਾਵਕ ਹੀ ਜਦੋਂ ਗੁਰੂ ਨਾਲ ਮੇਲ ਹੋਇਆ ਤੇ ਉਹਨੇ ਸਾਡੇ ਤੇ ਤਰਸ ਕਰਕੇ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਸਾਡੇ ਮਨ ਤੇ ਤਨ ਨੂੰ ਮਿੱਠਾ ਲਾ ਦਿੱਤਾ, ਪਿਆਰਾ ਲਾ ਦਿੱਤਾ। ਹਰ ਮੀਠਾ ਲਾਇਆ, ਮੇਰੇ ਪ੍ਰਭ ਭਾਇਆ, ਅਨ ਦਿਨ ਹਰ ਲਿਵ ਲਾਏ। ਹਰੀ ਵਾਹਿਗੁਰੂ ਪਰਮੇਸ਼ਰ ਮੇਰੇ ਮਨ ਤੋਂ ਮਿੱਠਾ ਸ਼ਬਦ ਆਉਂਦਾ ਗੁਰਬਾਣੀ 'ਚ। ਮਿੱਠਾ ਦਾ ਮਤਲਬ ਪਿਆਰਾ। ਜਦੋਂ ਹਰੀ ਦਾ ਨਾਮ ਮੇਰੇ ਮਨ ਨੂੰ ਮਿੱਠਾ ਲੱਗਾ, ਪਿਆਰਾ ਲੱਗਾ, ਤੇ ਕਹਿੰਦੇ ਮੈਂ ਫਿਰ ਆਪਣੇ ਪ੍ਰਭੂ ਨੂੰ ਪਾਉਣ ਲੱਗ ਪਿਆ। ਮੇਰੇ ਪ੍ਰਭ ਭਾਇਆ, ਜਿਨ੍ਹਾਂ ਦੇ ਮਨ ਨੂੰ ਵਾਹਿਗੁਰੂ 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 ਮਿੱਠਾ ਲੱਗਦਾ, ਉਸ ਵਾਹਿਗੁਰੂ ਨੂੰ ਭਾ ਜਾਂਦੇ ਨੇ। ਔਰ ਫਿਰ ਉਹ ਰਾਤ ਦੇ ਨੱਠੇ ਪੈਰ ਹਰੀ ਪਰਮੇਸ਼ਰ ਨਾਲ ਆਪਣੀ ਲਿਵ ਲਾ ਕੇ ਰੱਖਦੇ ਨੇ। ਆਨ ਦੇ ਨਹਰ ਲਿਵ ਲਾਈ, ਰਾਤ ਦੇ ਨੱਠੇ ਪੈਰ ਉਹਨਾਂ ਦੇ ਸੁਰਤ ਵਾਹਿਗੁਰੂ ਪਰਮੇਸ਼ਰ ਨਾਲ ਜੁੜੀ ਰਹਿੰਦੀ ਹੈ। ਔਰ ਉਹ ਵਾਹਿਗੁਰੂ ਪਰਮੇਸ਼ਰ ਦੇ ਮਨ ਨੂੰ ਭਾਉਂਦੇ ਹਨ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੇ ਵਧਾਏ। ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਨੂੰ। ਔਰ ਉਹਨਾਂ ਦੇ ਹਿਰਦੇ 'ਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀਆਂ ਵਧਾਈਆਂ ਵੱਜਦੀਆਂ ਹਨ, ਵਾਧੇ ਹੁੰਦੇ।
ਵਧਾਈ ਦਾ ਮਤਲਬ ਹੀ ਹੁੰਦਾ ਵੀ ਵਾਧਾ ਹੋਵੇ। ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਵਧਾਈ ਵੱਜਦੀ ਹੈ ਔਰ ਉਹਨਾਂ ਦੇ ਮਨ ਦੇ ਵਿੱਚ ਚਿਤਵੇ ਹੋਏ ਜਿਤਨੇ ਵੀ ਉਹਨਾਂ ਨੂੰ ਫਲ ਚਾਹੀਦੇ ਨੇ ਪ੍ਰਾਪਤ ਹੋ ਜਾਂਦੇ ਨੇ। ਇਹ ਅਵਸਥਾ ਕਦੋਂ ਹੋਈ? ਜਦੋਂ ਗਿਆਨ ਹੋਇਆ, ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਈ ਤੇ ਫਿਰ ਜੋ ਚਾਹੀਦਾ ਸੀ ਮਿਲ ਗਿਆ। ਫਿਰ ਕੁਝ ਹੋਰ ਚਾਹਣ ਦੀ ਇੱਛਾ ਹੀ ਨਹੀਂ ਰਹਿ ਜਾਂਦੀ। ਜੋ ਪਾਉਣਾ ਸੀ ਉਹਦਾ ਮਿਲ ਗਿਆ। ਹੁਣ ਜੋ ਮਿਲ ਗਿਆ ਹੈ ਉਸ ਨੂੰ ਪਾ ਕੇ ਉਹਦੇ ਵਿੱਚ ਜਦੋਂ ਇੱਕਮਿਕ ਹੋ ਗਏ, ਫਿਰ ਹੁਣ ਤਾਂ ਕੋਈ ਦੂਜੀ ਖਾਹਸ਼ ਰਹੀ ਨਹੀਂ, ਕੋਈ ਦੂਸਰੀ ਤਮੰਨਾ, ਕੋਈ ਦੂਸਰੀ ਕਾਂਖਾ ਤਾਂ ਹਿਰਦੇ 'ਚ ਨਹੀਂ ਰਹੀ। ਇਸ ਕਰਕੇ ਮਨ ਚਿੰਦੇ ਸਾਰੇ ਹੀ ਫਲ ਉਹਨਾਂ ਨੂੰ ਪ੍ਰਾਪਤ ਹੋ ਗਏ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੇ। ਹਰੀ ਪ੍ਰਭੂ ਨੇ ਜਿਹੜਾ ਇਹ ਕੰਮ ਰਚਾਇਆ ਸੀ ਨਾ, ਜੀਵ ਇਸਤਰੀ ਦਾ ਪਰਮਾਤਮਾ ਨਾਲ ਮਿਲਣ ਦਾ, ਉਹ ਰਚ ਗਿਆ, ਪੂਰਾ ਹੋ ਗਿਆ। ਹੁਣ ਜਿਹੜੀ ਜੀਵ ਰੂਪੀ ਇਸਤਰੀ, ਧਨ ਦਾ ਇੱਥੇ ਮਤਲਬ ਹੈ ਜੀਵ ਰੂਪੀ ਇਸਤਰੀ ਹੈ, ਉਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੁਆਰਾ ਵਿਗਾਸ ਹੀ ਵਿਗਾਸ ਪੈਦਾ ਹੋ ਗਿਆ। ਧਨ ਹਿਰਦੈ ਨਾਮ ਵਿਗਾਸੀ। ਨਾਮ ਦੇ ਮੰਮੇ ਨੂੰ ਸਿਹਾਰੀ ਲੱਗੀ ਹੈ। ਨਾਮ ਦੇ ਰਾਹੀ ਉਸ ਜੀਵ ਰੂਪੀ ਇਸਤਰੀ ਦੇ ਹਿਰਦੇ ਵਿੱਚ ਵਿਗਾਸ ਹੀ ਵਿਗਾਸ ਪੈਦਾ ਹੋ ਗਿਆ। ਹੁਣ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਉਹਨਾਂ ਦੇ ਹਿਰਦਿਆਂ ਵਿੱਚ ਹੁਣ ਸਦਾ ਵਿਗਾਸ, ਖੇੜਾ ਤੇ ਆਨੰਦ ਉਪਜ ਆਇਆ ਹੈ। ਜਨ ਨਾਨਕ ਬੋਲੇ ਚੌਥੇ ਲਾਵੈ, ਹਰ ਪਾਇਆ ਪ੍ਰਭ ਅਵਿਨਾਸੇ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਹਨ ਕਿ ਚੌਥੀ ਲਾਮ ਇਹ ਹੈ ਕਿ ਹੁਣ ਅਬਨਾਸੀ ਪ੍ਰਮਾਤਮਾ ਪ੍ਰਾਪਤ ਹੋ ਗਿਆ। ਇਹ ਚੌਥਾ ਪੜਾਅ ਹੈ ਕਿ ਹੁਣ ਰੱਬ ਮਿਲ ਗਿਆ, ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਉਹਦੇ ਵਿੱਚ ਅਭੇਦ ਹੋ ਗਏ। ਹੁਣ ਇਸ ਤੋਂ ਪਰੇ ਤੇ ਫਿਰ ਕੁਝ ਨਹੀਂ ਰਹਿ ਜਾਂਦਾ। ਜਦੋਂ ਉਹਦੇ 'ਚ ਮਿਲ ਹੀ ਗਏ, ਅਭੇਦ ਹੀ ਹੋ ਗਏ, ਇੱਕਮਿਕ ਹੀ ਹੋ ਗਏ, ਹੁਣ ਉਸ ਤੋਂ ਪਰੇ ਤਾਂ ਕੁਝ ਵੀ ਬਾਕੀ ਨਹੀਂ ਹੈ। ਇਹ ਚਾਰ ਲਾਵਾਂ। ਪਹਿਲੀ ਲਾਮ ਵਿੱਚ ਪ੍ਰਵਿਰਤੀ ਕਰਮ, ਦੂਸਰੀ ਲਾਮ ਵਿੱਚ ਮੇਰੇ ਸਾਹਿਬ ਨੇ ਨਿਰਮਲ ਭਾਉ ਦੀ ਗੱਲ ਕੀਤੀ ਹੈ ਔਰ ਤੀਸਰੀ ਲਾਮ ਵਿੱਚ ਵੈਰਾਗ ਦੀ ਬਾਤ ਕਹੀ ਹੈ ਤੇ ਹਿਰਦੇ 'ਚ ਪ੍ਰਭੂ ਨੂੰ ਮਿਲਣ ਦਾ ਚਾਹ ਹੋਵੇ, ਤੇ ਚੌਥੀ ਲਾਮ ਉਹਦੇ ਵਿੱਚ ਅਭੇਦ ਹੋ ਜਾਣਦੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਇਹ ਬਾਣੀ ਸਾਡੇ ਹਿਰਦਿਆਂ 'ਚ ਵਸੇ। ਮਹਾਂਪੁਰਸ਼ ਦੱਸਦੇ ਨੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਪਾਵਨ ਬਾਣੀ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀ। ਇੱਕ ਬਾਹਮਣ ਬੜਾ ਲਾਲਚੀ ਸੀ, ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਸੀ, ਕਹਿਣ ਲੱਗਾ ਵੀ ਮੈਂ ਵਿਆਹ ਤਾਂ ਕਰਾਵਾਂਗਾ 50 ਰੁਪਏ ਲਵਾਂਗਾ। 50 ਰੁਪਏ ਉਦੋਂ ਬਹੁਤ ਹੁੰਦੇ ਸੀ। ਉਸ ਗਰੀਬ ਭਾਈ ਨੇ ਬੇਨਤੀ ਕੀਤੀ, ਪੰਡਤ ਜੀ ਮੇਰੀ ਧੀ ਜਿਹੋ ਜੀ ਉਹੋ ਜੀ ਤੁਹਾਡੀ। ਕਹਿੰਦਾ ਨਹੀਂ, ਮੈਂ ਤਾਂ ਦਕਸ਼ਣਾ ਇੰਨੀ ਲੈਣੀ। ਔਖੇ ਸੌਖੇ ਉਹਨੇ 50 ਰੁਪਏ ਦਾ ਪ੍ਰਬੰਧ ਕੀਤਾ। ਜਿਸ ਦਿਨ ਵਿਆਹ ਹੋਣਾ ਸੀ, ਬਰਾਤ ਆ ਗਈ, ਉਸ ਦਿਨ 100 ਰੁਪਈਆ ਮੰਗਣ ਲੱਗ ਪਿਆ। ਕਿਸੇ ਸਿੱਖ ਨੇ ਆਖਿਆ ਤੂੰ ਛੱਡ ਇਸ ਬਾਹਮਣ ਦਾ ਖਹਿੜਾ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਚੱਲ ਕੇ ਬੇਨਤੀ ਕਰ। ਸਤਿਗੁਰਾਂ ਨੇ ਹੁਕਮ ਕੀਤਾ, ਲੜਕੀ ਵਾਲੇ ਲੜਕੇ ਵਾਲੇ ਸਾਰੇ ਸਾਡੀ ਹਜ਼ੂਰੀ 'ਚ ਆ ਜਾਣ। ਗੁਰਦੇਵ ਨੇ ਪਾਵਨ ਲਾਵਾਂ ਉਚਾਰਨ ਕਰਕੇ, ਉਹਨਾਂ ਨੂੰ ਉਪਦੇਸ਼ ਦੇ ਕਰਕੇ ਆਪਣੀ ਹਜ਼ੂਰੀ ਵਿੱਚ ਉਸ ਬੱਚੇ ਬੱਚੀ ਦੇ ਆਨੰਦ ਕਾਰਜ ਦੀ ਮਰਿਆਦਾ ਚਲਾਈ। ਉੱਥੇ ਇੱਕ ਮਹਾਤਮਾ ਬੈਠਾ ਸੀ। ਉਹਨੇ ਜਦੋਂ ਇਹ ਚਾਰ ਲਾਵਾਂ ਸੁਣੀਆਂ, ਉਹਦੀ ਆਤਮਾ ਪਰਮ ਸਤ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਗਈ। ਤੋ ਇਸ ਪ੍ਰਕਾਰ ਗੁਰਦੇਵ ਨੇ ਪਾਵਨ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਸਾਡਾ ਗਾਵਿਆ ਸੁਣਿਆ ਮਹਾਰਾਜ ਜੀ ਥਾਂ ਪਾ ਲੈਣ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸਾਹਿਬ ਦੇ ਜੋਤੀ ਜੋਤ ਦਿਵਸ ਦਿਹਾੜੇ ਤੇ ਕੋਟੀ ਕੋਟੀ ਪ੍ਰਣਾਮ ਹੈ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।